ਪੰਜਾਬੀ ਸਟੋਰੀ ਪੋਡਕਾਸਟ ਵਿੱਚ ਆਪ ਸਭ ਦਾ ਨਿੱਘਾ ਤੇ ਹਾਰਦਿਕ ਸਵਾਗਤ। ਅੱਜ ਦੀ ਇੱਕ ਜਿਹੜੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ, ਇਹ ਅਫਰੀਕੀ ਲੋਕ ਕਹਾਣੀ ਹੈ ਪਹਾੜੀ ਉੱਤੇ ਬਲਦੀ ਅੱਗ। ਕਹਿੰਦੇ ਹਨ ਕਿ ਪੁਰਾਣੇ ਜ਼ਮਾਨੇ ਵਿੱਚ ਅਦੀਸ ਅਬਾਬਾ ਦੇ ਸ਼ਹਿਰ ਦੇ ਵਿੱਚ ਅਰਹਾ ਨਾਮ ਦਾ ਇੱਕ ਨੌਜਵਾਨ ਰਹਿੰਦਾ ਸੀ। ਉਹ ਬਾਲਪਨ ਵਿੱਚ ਪਿੰਡ ਛੱਡ ਕੇ ਸ਼ਹਿਰ ਚਲਾ ਆਇਆ ਅਤੇ ਇੱਕ ਮਾਲਦਾਰ ਵਪਾਰੀ ਹਸਪਟਮ ਹਸਾਈ ਕੋਲ ਨੌਕਰ ਲੱਗ ਗਿਆ। ਹਸਪਟਮ ਹਸਾਈ ਇੰਨਾ ਮਾਲਦਾਰ ਸੀ ਕਿ ਉਸਨੇ ਉਹ ਸਾਰੀਆਂ ਚੀਜ਼ਾਂ ਖਰੀਦ ਲਈਆਂ ਜੋ ਦੌਲਤ ਖਰੀਦ ਸਕਦੀ ਸੀ। ਉਸ ਦਾ ਦਿਲ ਜ਼ਿੰਦਗੀ ਦੀਆਂ ਅਯਾਸ਼ੀਆਂ ਦੇ ਨਾਲ ਭਰ ਚੁੱਕਿਆ ਸੀ, ਇਸ ਲਈ ਕਦੇ ਕਦਾਈ ਉਹ ਆਪਣੀ ਜ਼ਿੰਦਗੀ ਵਿੱਚ ਬੋਰੀਅਤ ਮਹਿਸੂਸ ਕਰਨ ਲੱਗ ਪਿਆ। ਸਿਆਲਾਂ ਦੀ ਇੱਕ ਰੁੱਤ ਦੇ ਵਿੱਚ ਠੰਡੀ ਹਵਾ ਚੱਲ ਰਹੀ ਸੀ। ਹਸਪਟਮ ਨੇ ਅਰਹਾ ਨੂੰ ਹੁਕਮ ਦਿੱਤਾ ਕਿ ਉਹ ਅੱਗ ਲਾਉਣ ਦੇ ਲਈ ਲੱਕੜੀਆਂ ਚੁੱਕ ਕੇ ਲਿਆਵੇ। ਜਦੋਂ ਅਰਹਾ ਅੱਗ ਬਾਲ ਚੁੱਕਿਆ ਤਾਂ ਹਸਪਟਮ ਕਹਿਣ ਲੱਗਾ, ਇਨਸਾਨ ਕਿੰਨੀ ਸਰਦੀ ਬਰਦਾਸ਼ਤ ਕਰ ਸਕਦਾ ਹੈ। ਉਹ ਆਪਣੇ ਆਪ ਨਾਲ ਹੀ ਗੱਲਾਂ ਕਰਦਾ ਰਿਹਾ ਕਿ ਇਹ ਮੁਮਕਿਨ ਹੈ ਕਿ ਇੱਕ ਇਨਸਾਨ ਇਟੋਟੋ ਦੀ ਪਹਾੜੀ ਦੀ ਟੀਸੀ ਉੱਤੇ ਸਾਰੀ ਰਾਤ ਬਿਨਾਂ ਕੰਬਲ, ਕੱਪੜਿਆਂ ਅਤੇ ਅੱਗ ਦੇ ਗੁਜ਼ਾਰੇ ਅਤੇ ਨਾ ਮਰੇ। ਮੈਨੂੰ ਨਹੀਂ ਪਤਾ, ਅਰਹਾ ਬੋਲਿਆ, ਪਰ ਇਹ ਕੀ ਬੇਵਕੂਫੀ ਵਾਲੀ ਗੱਲ ਨਹੀਂ ਹੋਏਗੀ? ਸ਼ਾਇਦ ਜੇਕਰ ਇਨਸਾਨ ਨੂੰ ਇਸ ਦਾ ਜਵਾਬ ਨਾ ਮਿਲੇ, ਲੇਕਿਨ ਮੈਂ ਸ਼ਰਤ ਲਾਉਣ ਦੇ ਲਈ ਤਿਆਰ ਹਾਂ। ਮੈਨੂੰ ਯਕੀਨ ਹੈ ਕਿ ਇੱਕ ਹਿੰਮਤ ਵਾਲਾ ਇਨਸਾਨ ਪਹਾੜ ਦੀ ਟੀਸੀ ਉੱਤੇ ਰਾਤ ਭਰ ਖੜਾ ਰਹਿ ਸਕਦਾ ਹੈ, ਪਰ ਜਿੱਥੋਂ ਤੱਕ ਮੇਰੀ ਗੱਲ ਹੈ, ਮੇਰੇ ਕੋਲ ਸ਼ਰਤ ਲਾਉਣ ਨੂੰ ਕੁਝ ਵੀ ਨਹੀਂ। ਅੱਗੋਂ ਹਸਪਟਮ ਬੋਲਿਆ, ਜੇਕਰ ਤੈਨੂੰ ਯਕੀਨ ਹੈ ਕਿ ਇਨਸਾਨ ਅਜਿਹਾ ਕਰ ਸਕਦਾ ਹੈ ਤਾਂ ਮੈਂ ਤੇਰੇ ਨਾਲ ਸ਼ਰਤ ਲਾਉਣ ਨੂੰ ਤਿਆਰ ਹਾਂ। ਜੇਕਰ ਤੂੰ ਸਾਰੀ ਰਾਤ ਅਟੀਟੋ ਦੀ ਟੀਸੀ ਉੱਤੇ ਬਿਨਾਂ ਕੱਪੜਿਆਂ ਅਤੇ ਅੱਗ ਦੇ ਗੁਜ਼ਾਰ ਦੇਵੇਂ ਤਾਂ ਮੈਂ ਤੈਨੂੰ 10 ਏਕੜ ਜ਼ਮੀਨ, ਇੱਕ ਘਰ ਅਤੇ ਮਾਲ ਡੰਗਰ ਇਨਾਮ ਦੇ ਤੌਰ ਉੱਤੇ ਦੇਵਾਂਗਾ। ਕੀ ਤੁਸੀਂ ਮਜ਼ਾਕ ਕਰ ਰਹੇ ਹੋ ਜਾਂ ਗੰਭੀਰ ਹੋ? ਅਰਹਾ ਨੂੰ ਆਪਣੇ ਕੰਨਾਂ ਦੇ ਉੱਪਰ ਯਕੀਨ ਨਹੀਂ ਸੀ ਆ ਰਿਹਾ। ਮੈਂ ਜੋ ਵਾਅਦਾ ਕਰਦਾ ਹਾਂ ਉਸ ਨੂੰ ਪੂਰਾ ਵੀ ਕਰਦਾ ਹਾਂ, ਹਸਪਟਮ ਬੋਲਿਆ। ਜੇ ਇਹ ਗੱਲ ਹੈ ਤਾਂ ਮੈਂ ਕੱਲ੍ਹ ਰਾਤ ਕਿਸਮਤ ਅਜਮਾਊਂਗਾ ਅਤੇ ਫਿਰ ਸਾਰੀ ਉਮਰ ਆਰਾਮ ਨਾਲ ਰਹਾਂਗਾ। ਅਰਹਾ ਵਾਅਦਾ ਤਾਂ ਕਰ ਬੈਠਾ ਸੀ, ਪਰ ਬਹੁਤ ਚਤੰਤਰ ਸੀ। ਉਸਨੂੰ ਆਪਣੀ ਜਾਨ ਦੇ ਲਾਲੇ ਪੈ ਗਏ। ਉਹ ਜਾਣਦਾ ਸੀ ਕਿ ਪਹਾੜੀ ਦੀ ਟੀਸੀ ਉੱਤੇ ਰਾਤ ਗੁਜ਼ਾਰਨਾ ਬੱਚਿਆਂ ਦਾ ਕੋਈ ਖੇਲ ਨਹੀਂ ਸੀ ਅਤੇ ਇਸ ਸਰਦੀ ਦੇ ਵਿੱਚ ਜ਼ਿੰਦਾ ਰਹਿਣਾ ਕਰਾਮਾਤ ਦੇ ਨਾਲੋਂ ਘੱਟ ਨਹੀਂ। ਅਰਹਾ ਇਸ ਸ਼ਹਿਰ ਦੇ ਵਿੱਚ ਇੱਕ ਬਜ਼ੁਰਗ ਨੂੰ ਜਾਣਦਾ ਸੀ ਜਿਸ ਨੇ ਸਾਰੀ ਦੁਨੀਆ ਦੇਖੀ ਹੋਈ ਸੀ ਅਤੇ ਬਹੁਤ ਸਿਆਣਾ ਮੰਨਿਆ ਜਾਂਦਾ ਸੀ। ਉਹ ਉਸ ਨੂੰ ਮਿਲਣ ਚਲਾ ਗਿਆ। ਬਜ਼ੁਰਗ ਨੇ ਅਰਹਾ ਦੀਆਂ ਗੱਲਾਂ ਅਤੇ ਸ਼ਰਤ ਸੁਣੀ ਅਤੇ ਕਹਿਣ ਲੱਗਾ, ਮੈਂ ਤੇਰੀ ਮਦਦ ਕਰਾਂਗਾ। ਅਟੀਟੋ ਦੀ ਪਹਾੜੀ ਤੋਂ ਕੁਝ ਮੀਲ ਦੂਰ ਇੱਕ ਉੱਚੀ ਚਟਾਨ ਹੈ ਜੋ ਅਟੀਟੋ ਦੀ ਪਹਾੜੀ ਦੀ ਟੀਸੀ ਤੋਂ ਨਜ਼ਰ ਆਉਂਦੀ ਹੈ। ਕੱਲ ਸ਼ਾਮੀ ਜਦੋਂ ਸੂਰਜ ਛਿਪੇਗਾ ਤਾਂ ਮੈਂ ਇਸ ਚਟਾਨ ਦੇ ਉੱਤੇ ਅੱਗ ਲਾਵਾਂਗਾ ਤਾਂ ਕਿ ਤੈਨੂੰ ਉਹ ਅਟੀਟੋ ਦੀ ਟੀਸੀ ਤੋਂ ਦਿਸਦੀ ਰਹੇ। ਤੂੰ ਸਾਰੀ ਰਾਤ ਇਸ ਅੱਗ ਨੂੰ ਦੇਖਦੇ ਰਹਿਣਾ ਅਤੇ ਇਸ ਦੀ ਗਰਮੀ, ਹਰਾਰਤ ਅਤੇ ਮੇਰੇ ਬਾਰੇ ਜੋ ਤੁਹਾਡਾ ਦੋਸਤ ਹੈ ਸੋਚਦਾ ਰਹਿਣਾ। ਮੈਂ ਤੇਰੀ ਖਾਤਰ ਸਾਰੀ ਰਾਤ ਅੱਗ ਕੋਲ ਬੈਠਾ ਰਹਾਂਗਾ, ਅੱਗ ਨੂੰ ਬਾਲਦਾ ਰਹਾਂਗਾ। ਜੇਕਰ ਤੂੰ ਸਰਦੀ ਅਤੇ ਹਨੇਰੇ ਦੇ ਬਾਵਜੂਦ ਇਹ ਕੰਮ ਕਰ ਸਕਿਆ ਤਾਂ ਸਵੇਰੇ ਵੀ ਤੂੰ ਜ਼ਿੰਦਾ ਮਿਲੇਗਾ। ਅਰਹਾ ਨੇ ਤਹਿ ਦਿਲੋਂ ਉਸ ਬਜ਼ੁਰਗ ਦਾ ਧੰਨਵਾਦ ਕੀਤਾ ਅਤੇ ਹਲਕੇ ਦਿਲ ਦੇ ਨਾਲ ਘਰ ਆ ਗਿਆ। ਅਗਲੇ ਦਿਨ ਹਸਪਟਮ ਨੇ ਤੀਜੇ ਪਹਿਰ ਅਰਹਾ ਨੂੰ ਆਪਣੇ ਨੌਕਰਾਂ ਦੇ ਨਾਲ ਅਟੀਟੋ ਦੀ ਟੀਸੀ ਉੱਤੇ ਭੇਜ ਦਿੱਤਾ। ਰਾਤ ਹੋਈ ਤਾਂ ਅਰਹਾ ਨੇ ਕੱਪੜੇ ਲਾਹ ਦਿੱਤੇ ਅਤੇ ਪਹਾੜੀ ਦੀ ਟੀਸੀ ਉੱਤੇ ਠੰਡੀ ਹਵਾ ਦੇ ਵਿੱਚ ਨੰਗਾ ਖੜਾ ਹੋ ਗਿਆ। ਵਾਦੀ ਦੇ ਦੂਜੇ ਪਾਸੇ ਤੋਂ ਅਰਹਾ ਨੂੰ ਉਹ ਅੱਗ ਨਜ਼ਰ ਆਈ ਜੋ ਉਸਦੇ ਬਜ਼ੁਰਗ ਦੋਸਤ ਨੇ ਉਸ ਖਾਤਰ ਜਲਾ ਰੱਖੀ ਸੀ। ਉਹ ਅੱਗ ਹਨੇਰੇ ਵਿੱਚ ਇੱਕ ਸਿਤਾਰੇ ਦੀ ਤਰ੍ਹਾਂ ਚਮਕ ਰਹੀ ਸੀ। ਜਿਉਂ-ਜਿਉਂ ਰਾਤ ਗਹਿਰੀ ਹੁੰਦੀ ਗਈ, ਠੰਡਕ ਅਰਹਾ ਦੇ ਮਾਸ ਦੇ ਵਿੱਚ ਉਸਦੀਆਂ ਹੱਡੀਆਂ ਤੱਕ ਪਹੁੰਚ ਗਈ। ਪਹਾੜ ਦੀ ਟੀਸੀ ਬਰਫ਼ ਦੀ ਤਰ੍ਹਾਂ ਠੰਡੀ ਹੋ ਗਈ। ਹਰ ਪਲ ਉਹ ਸੁੰਨ ਹੁੰਦਾ ਗਿਆ। ਇੱਕ ਅਜਿਹਾ ਵਕਤ ਵੀ ਆਇਆ ਕਿ ਉਸਨੂੰ ਡਰ ਲੱਗਣ ਲੱਗਾ ਕਿ ਉਹ ਠੰਡ ਦੇ ਨਾਲ ਮਰ ਜਾਵੇਗਾ, ਪਰ ਉਸਨੇ ਅੱਗ ਦੇ ਵੱਲੋਂ ਆਪਣਾ ਧਿਆਨ ਨਾ ਹਟਾਇਆ ਅਤੇ ਸੋਚਦਾ ਰਿਹਾ ਕਿ ਉਸ ਦਾ ਬਜ਼ੁਰਗ ਦੋਸਤ ਉਸ ਦੀ ਹਿੰਮਤ ਬਣਾ ਰਿਹਾ ਹੈ। ਕਦੇ ਕਦੇ ਧੁੰਦ ਕੁਝ ਮਿੰਟਾਂ ਦੇ ਲਈ ਅੱਗ ਦੀਆਂ ਲਾਪਟਾਂ ਦੇ ਅੱਗੇ ਆ ਜਾਂਦੀ, ਪਰ ਉਹ ਉਦੋਂ ਤੱਕ ਘੂਰਦਾ ਰਹਿੰਦਾ ਜਦੋਂ ਤੱਕ ਧੁੰਦ ਹਟ ਨਾ ਜਾਂਦੀ ਅਤੇ ਉਸ ਨੂੰ ਅੱਗ ਦੁਬਾਰਾ ਨਜ਼ਰ ਨਾ ਆਉਣ ਲੱਗ ਪੈਂਦੀ। ਸਾਰੀ ਰਾਤ ਉਹ ਕੰਬਦਾ, ਖੰਘਦਾ ਅਤੇ ਠੁਰ-ਠੁਰ ਕਰਦਾ ਰਿਹਾ, ਪਰ ਆਪਣੀ ਜਗ੍ਹਾ ਉੱਤੇ ਡਟਿਆ ਰਿਹਾ। ਜਦੋਂ ਸਵੇਰੇ ਪੋ ਫੁੱਟੀ ਤਾਂ ਉਹ ਕੱਪੜੇ ਪਹਿਨ ਕੇ ਪਹਾੜੀ ਦੀ ਟੀਸੀ ਤੋਂ ਹੇਠਾਂ ਉਤਰਿਆ। ਹਸਪਟਮ ਅਰਹਾ ਨੂੰ ਜ਼ਿੰਦਾ ਵੇਖ ਕੇ ਬਹੁਤ ਹੈਰਾਨ ਹੋਇਆ। ਉਸਨੇ ਨੌਕਰ ਨੂੰ ਸਵਾਲ ਕੀਤਾ,
ਕਿ ਅਰਾ ਸਾਰੀ ਰਾਤ ਕੱਪੜਿਆਂ ਅਤੇ ਅੱਗ ਦੇ ਬਿਨਾਂ ਖੜਾ ਰਿਹਾ? ਹਾਂ, ਸਭ ਨੌਕਰਾਂ ਨੇ ਮਿਲ ਕੇ ਜਵਾਬ ਦਿੱਤਾ। ਹਸਪਤਮ ਨੇ ਕਿਹਾ, ਤੂੰ ਬਹੁਤ ਦਲੇਰ ਆਦਮੀ ਹੈ। ਉਸ ਦੀ ਵਡਿਆਈ ਦਾ ਇਕਰਾਰ ਕੀਤਾ, ਪਰ ਇਹ ਦੱਸ ਕਿ ਇਹ ਤੂੰ ਸਭ ਕੁਝ ਕੀਤਾ ਕਿਵੇਂ? ਮੈਂ ਸਾਰੀ ਰਾਤ ਇੱਕ ਚਟਾਨ ਉੱਤੇ ਬਲਦੀ ਅੱਗ ਉੱਤੇ ਆਪਣਾ ਧਿਆਨ ਇਕਾਗਰ ਕਰੀ ਰੱਖਿਆ। ਅਰਾ ਨੇ ਕਿਹਾ, ਕੀ ਕਿਹਾ? ਤੂੰ ਅੱਗ ਵੇਖਦਾ ਰਿਹਾ? ਤੂੰ ਸ਼ਰਤ ਹਾਰ ਗਿਆ। ਫਿਰ ਤੂੰ ਹੁਣ ਮੇਰਾ ਨੌਕਰ ਹੀ ਰਹੇਗਾ, ਤੈਨੂੰ ਕੋਈ ਵੀ ਇਨਾਮ ਨਹੀਂ ਮਿਲੇਗਾ। ਹਸਪਤਮ ਨੇ ਕਿਹਾ, ਪਰ ਉਹ ਅੱਗ ਤਾਂ ਬਹੁਤ ਦੂਰ ਸੀ, ਉਹ ਵਾਦੀ ਦੇ ਦੂਜੇ ਪਾਸੇ ਸੀ। ਮੇਰੇ ਤੱਕ ਉਸ ਦਾ ਸੇਕ ਬਿਲਕੁਲ ਨਹੀਂ ਆਇਆ। ਆਰਾ ਨੇ ਦਲੀਲ ਦਿੱਤੀ। ਨਹੀਂ, ਮੈਂ ਕੁਝ ਨਹੀਂ ਮੰਨਦਾ। ਤੂੰ ਸ਼ਰਤ ਹਾਰ ਗਿਆ, ਤੈਨੂੰ ਉਸ ਅੱਗ ਨੇ ਜ਼ਿੰਦਾ ਰੱਖਿਆ। ਹਸਪਤਮ ਇੱਕ ਵਾਰੀ ਫਿਰ ਬੋਲਿਆ। ਆਰਾ ਬਹੁਤ ਦੁਖੀ ਹੋਇਆ। ਉਹ ਆਪਣੇ ਬੁੱਢੇ ਦੋਸਤ ਦੇ ਕੋਲ ਗਿਆ ਅਤੇ ਉਸਨੂੰ ਸਾਰੀ ਕਹਾਣੀ ਸੁਣਾਈ। ਤਾਂ ਬਜ਼ੁਰਗ ਨੇ ਮਸ਼ਵਰਾ ਦਿੱਤਾ, ਤੂੰ ਇਹ ਮਾਮਲਾ ਸ਼ਹਿਰ ਦੇ ਕਾਜ਼ੀ ਦੇ ਕੋਲ ਲੈ ਜਾ। ਆਰਾ ਸ਼ਹਿਰ ਦੇ ਕਾਜ਼ੀ ਦੇ ਕੋਲ ਗਿਆ ਅਤੇ ਸ਼ਿਕਾਇਤ ਕੀਤੀ। ਕਾਜ਼ੀ ਨੇ ਹਸਪਤਮ ਅਤੇ ਇਸ ਦੇ ਨੌਕਰ ਨੂੰ ਅਦਾਲਤ ਦੇ ਵਿੱਚ ਸੱਦ ਲਿਆ। ਜਦੋਂ ਹਸਪਤਮ ਨੇ ਆਪਣੀ ਕਹਾਣੀ ਸੁਣਾਈ ਅਤੇ ਨੌਕਰਾਂ ਨੇ ਕਿਹਾ ਕਿ ਆਰਾ ਦੂਰ ਚਟਾਨ ਉੱਤੇ ਬਲਦੀ ਅੱਗ ਨੂੰ ਸਾਰੀ ਰਾਤ ਵੇਖਦਾ ਰਿਹਾ ਸੀ, ਤਾਂ ਕਾਜ਼ੀ ਬੋਲਿਆ, ਆਰਾ ਤੂੰ ਸ਼ਰਤ ਹਾਰ ਗਿਆ। ਹਸਪਤਮ ਨੇ ਇਹ ਸ਼ਰਤ ਲਾਈ ਸੀ ਕਿ ਤੂੰ ਅੱਗ ਦੇ ਬਿਨਾਂ ਰਾਤ ਗੁਜ਼ਾਰੇਗਾ। ਆਰਾ ਇੱਕ ਵਾਰੀ ਫਿਰ ਮਾਯੂਸ ਹੋਇਆ ਅਤੇ ਆਪਣੇ ਬੁੱਢੇ ਦੋਸਤ ਦੇ ਕੋਲ ਫਿਰ ਮਸ਼ਵਰਾ ਲੈਣ ਦੇ ਲਈ ਗਿਆ ਅਤੇ ਕਹਿਣ ਲੱਗਾ ਕਿ ਉਸ ਦੀ ਸਾਰੀ ਮਿਹਨਤ ਅਕਾਰਤ ਗਈ। ਉਸ ਦੀ ਕਿਸਮਤ ਵਿੱਚ ਹੀ ਨੌਕਰਾਂ ਦੀ ਜ਼ਿੰਦਗੀ ਗੁਜ਼ਾਰਨਾ ਲਿਖਿਆ ਹੈ। ਬਜ਼ੁਰਗ ਦੋਸਤ ਨੇ ਕਿਹਾ, ਉਮੀਦ ਦਾ ਸਹਾਰਾ ਨਾ ਛੱਡ। ਸ਼ਹਿਰ ਦੀਆਂ ਅਦਾਲਤਾਂ ਦੇ ਨਾਲੋਂ ਜ਼ਿਆਦਾਤਰ ਜੰਗਲਾਂ ਦੇ ਵਿੱਚ ਇਨਸਾਫ ਮਿਲ ਜਾਂਦਾ। ਬੁੱਢਾ ਸ਼ਖਸ ਉੱਠਿਆ ਅਤੇ ਹਾਇਲੋ ਨਾਮੀ ਇੱਕ ਵਿਅਕਤੀ ਦੇ ਕੋਲ ਪਹੁੰਚ ਗਿਆ। ਇਹ ਉਹ ਆਦਮੀ ਸੀ ਜਿਸ ਦੇ ਘਰ ਦੇ ਵਿੱਚ ਉਹ ਬਾਲਪਨ ਦੇ ਵਿੱਚ ਨੌਕਰੀ ਵਜੋਂ ਕੰਮ ਕਰਦਾ ਸੀ। ਉਸਨੇ ਹਾਇਲੋ ਨੂੰ ਆਰਾ ਦੀ ਦਰਦ ਭਰੀ ਕਹਾਣੀ ਸੁਣਾਈ ਅਤੇ ਮਦਦ ਮੰਗੀ। ਹਾਇਲੋ ਵੀ ਬੜਾ ਸਿਆਣਾ ਬੰਦਾ ਸੀ। ਉਸਨੇ ਕੁਝ ਦੇਰ ਸੋਚਣ ਤੋਂ ਬਾਅਦ ਕਿਹਾ, ਤੁਸੀਂ ਫਿਕਰ ਨਾ ਕਰੋ, ਮੈਂ ਇਸ ਮਸਲੇ ਦਾ ਹੱਲ ਲੱਭਦਾ। ਕੁਝ ਦਿਨਾਂ ਦੇ ਬਾਅਦ ਹਾਇਲੋ ਨੇ ਇੱਕ ਸ਼ਾਨਦਾਰ ਦਾਵਤ ਦਾ ਇੰਤਜ਼ਾਮ ਕੀਤਾ ਅਤੇ ਸ਼ਹਿਰ ਦੇ ਸਾਰੇ ਪਤਵੰਤੇ ਸੱਜਣਾਂ ਨੂੰ ਸੱਦਾ ਦਿੱਤਾ। ਇਸ ਦਾਵਤ ਦੇ ਵਿੱਚ ਹਸਪਤਮ ਅਤੇ ਕਾਜ਼ੀ ਵੀ ਮਹਿਮਾਨ ਦੇ ਤੌਰ ਤੇ ਸਨ। ਦਾਵਤ ਦੇ ਦਿਨ ਸਭ ਪਤਵੰਤੇ ਸੱਜਣ ਸੱਜ ਧੱਜ ਕੇ ਆਪਣੇ ਘੋੜਿਆਂ ਤੇ ਖੱਚਰਾਂ ਉੱਤੇ ਸਵਾਰ ਹੋ ਕੇ ਆਏ, ਜਦੋਂ ਕਿ ਉਹਨਾਂ ਦੇ ਨੌਕਰ ਉਹਨਾਂ ਦੇ ਪਿੱਛੇ ਪੈਦਲ ਚੱਲ ਰਹੇ ਸਨ। ਹਸਪਤਮ ਵੀ 20 ਨੌਕਰਾਂ ਦੇ ਨਾਲ ਆਇਆ। ਉਹਨਾਂ ਨੇ ਹਸਪਤਮ ਦੇ ਸਿਰ ਦੇ ਉੱਪਰ ਰੇਸ਼ਮੀ ਛਤਰੀ ਤਾਣੀ ਹੋਈ ਸੀ ਤਾਂ ਕਿ ਉਸਨੂੰ ਧੁੱਪ ਦੀ ਸ਼ਿੱਦਤ ਦਾ ਅਹਿਸਾਸ ਨਾ ਹੋਵੇ। ਉਸ ਦੀ ਸਵਾਰੀ ਦੇ ਅੱਗੇ 4 ਨੌਕਰ ਢੋਲ ਵਜਾਉਂਦੇ ਉਸ ਦੀ ਆਮਦ ਦੀ ਖਬਰ ਦੇ ਰਹੇ ਸਨ। ਸਭ ਮਹਿਮਾਨ ਰੇਸ਼ਮੀ ਕਲੀਨਾਂ ਦੇ ਉੱਪਰ ਬੈਠ ਕੇ ਗੱਲਾਂ ਬਾਤਾਂ ਕਰਨ ਲੱਗ ਪਏ। ਰਸੋਈ ਦੇ ਵੱਲੋਂ ਸਵਾਦੀ ਪਕਵਾਨਾਂ ਦੀਆਂ ਖੁਸ਼ਬੂਆਂ ਆਉਣ ਲੱਗ ਪਈਆਂ। ਇਹਨਾਂ ਖੁਸ਼ਬੂਆਂ ਨੇ ਮਹਿਮਾਨਾਂ ਦੀ ਭੁੱਖ ਨੂੰ ਹੋਰ ਤੇਜ਼ ਕਰ ਦਿੱਤਾ। ਸਮਾਂ ਲੰਘਦਾ ਗਿਆ ਪਰ ਖਾਣਾ ਨਾ ਆਇਆ, ਸਿਰਫ ਪਕਵਾਨਾਂ ਦੀਆਂ ਖੁਸ਼ਬੂਆਂ ਆਉਂਦੀਆਂ ਰਹੀਆਂ। ਜਦੋਂ ਸ਼ਾਮ ਹੋ ਗਈ ਤਾਂ ਮਹਿਮਾਨਾਂ ਦੇ ਵਿੱਚ ਆਪਸ ਦੇ ਵਿੱਚ ਕੁਸਰ ਮੁਸਰ ਹੋਣ ਲੱਗ ਪਈ। ਉਹ ਹੈਰਾਨ ਸਨ ਕਿ ਉਹਨਾਂ ਦਾ ਮੇਜ਼ਬਾਨ ਇੰਨੀ ਦੇਰ ਕਿਉਂ ਕਰ ਰਿਹਾ ਖਾਣਾ ਲਾਉਣ ਦੇ ਲਈ। ਆਖਰ ਇੱਕ ਮਹਿਮਾਨ ਨੇ ਸਭਨਾਂ ਦੇ ਨੁਮਾਇੰਦੇ ਦੇ ਵਜੋਂ ਹਾਇਲੋ ਨੂੰ ਪੁੱਛਿਆ, ਇਹ ਮੇਜ਼ਬਾਨ ਤੁਸੀਂ ਇਹ ਕਿਉਂ ਕਰ ਰਹੇ ਹੋ? ਸਾਨੂੰ ਘਰ ਸੱਦ ਕੇ ਕਿਉਂ ਭੁੱਖਾ ਰੱਖ ਰਹੇ ਹੋ? ਹਾਇਲੋ ਨੇ ਹੈਰਾਨੀ ਦੇ ਨਾਲ ਪੁੱਛਿਆ, ਕੀ ਤੁਹਾਨੂੰ ਪਕਵਾਨਾਂ ਦੀਆਂ ਖੁਸ਼ਬੂਆਂ ਨਹੀਂ ਆ ਰਹੀਆਂ? ਉਹਨਾਂ ਨੇ ਕਿਹਾ, ਖੁਸ਼ਬੂਆਂ ਤਾਂ ਆ ਰਹੀਆਂ ਨੇ, ਪਰ ਇਹਦਾ ਖਾਣ ਦੇ ਨਾਲ ਕੀ ਸੰਬੰਧਤ? ਖੁਸ਼ਬੂਆਂ ਦੇ ਨਾਲ ਭੁੱਖ ਤਾਂ ਤ੍ਰਿਪਤ ਨਹੀਂ ਹੁੰਦੀ। ਤਾਂ ਫਿਰ ਹਾਇਲੋ ਨੇ ਅੱਗੇ ਕਿਹਾ, ਤਾਂ ਕਿ ਅਜਿਹੀ ਅੱਗ ਦੇ ਵਿੱਚ ਤਪਸ਼ ਹੁੰਦੀ ਹੈ ਜੋ ਮੀਲਾਂ ਦੂਰ ਬਲ ਰਹੀ ਹੋਵੇ। ਜੇਕਰ ਆਰਾ ਦੂਰੋਂ ਅੱਗ ਨੂੰ ਵੇਖ ਕੇ ਗਰਮ ਰਹਿ ਸਕਦਾ ਤਾਂ ਤੁਸੀਂ ਲੋਕ ਵੀ ਰਸੋਈ ਦੇ ਵਿੱਚੋਂ ਆਉਂਦੀਆਂ ਖੁਸ਼ਬੂਆਂ ਦੇ ਨਾਲ ਭੁੱਖ ਤ੍ਰਿਪਤ ਕਰ ਸਕਦੇ ਹੋ। ਲੋਕਾਂ ਨੂੰ ਹਾਇਲੋ ਦਾ ਇਸ਼ਾਰਾ ਸਮਝ ਆ ਗਿਆ। ਕਾਜ਼ੀ ਨੂੰ ਵੀ ਆਪਣੇ ਫੈਸਲੇ ਉੱਤੇ ਸ਼ਰਮਿੰਦਗੀ ਹੋਈ ਅਤੇ ਹਸਪਤਮ ਵੀ ਆਪਣੇ ਕੀਤੇ ਹੋਏ ਉੱਤੇ ਸ਼ਰਮਸ਼ਾਰ ਹੋ ਗਿਆ। ਉਸਨੇ ਹਾਇਲੋ ਦਾ ਧੰਨਵਾਦ ਅਦਾ ਕੀਤਾ ਅਤੇ ਐਲਾਨ ਕੀਤਾ ਕਿ ਆਰਾ ਨੂੰ ਜ਼ਮੀਨ, ਘਰ ਅਤੇ ਮਾਲ ਡੰਗਰ ਮਿਲ ਜਾਣਗੇ। ਇਸ ਫੈਸਲੇ ਦੇ ਬਾਅਦ ਹਾਇਲੋ ਨੇ ਨੌਕਰ ਨੂੰ ਹੁਕਮ ਦਿੱਤਾ ਅਤੇ ਮਹਿਮਾਨਾਂ ਦੇ ਅੱਗੇ ਲਜ਼ੀਜ਼ ਖਾਣਾ ਪੇਸ਼ ਕਰ ਦਿੱਤਾ।